ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਜੀ ਬरुण ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਪਹਿਲਾਂ ਨਜ਼ਰ ਪਾਉਂਦੇ ਹਾਂ ਖਾਸ ਖਬਰਾਂ ਤੇ। ਅਮਰੀਕਾ ਦੇ ਰਾਸ਼ਟਰਪਤੀ ਚੋਣ ਦੇ ਲਈ ਰਿਪਬਲਿਕਨ ਪਾਰਟੀ ਦੀ ਪਹਿਲੀ ਪ੍ਰਾਇਮਰੀ ਬਹਿਸ ਵਿੱਚ ਟਕਰਾਏ ਹੇਲੀ ਅਤੇ ਰਾਮਾਸਵਾਮੀ। ਪਹਿਲੀ ਬਹਿਸ ਤੋਂ ਬਾਅਦ ਭਾਰਤੀ ਅਮਰੀਕੀ ਰਾਮਾਸਵਾਮੀ ਦੀ ਲੋਕਪ੍ਰਿਯਤਾ ਵਧੀ। 13 ਕਿਲੋ ਅਫੀਮ ਲੈ ਕੇ ਕੈਨੇਡਾ ਪੁੱਜੇ ਨਿਤੇਸ਼ ਵਰਮਾ ਨੂੰ ਅਦਾਲਤ ਨੇ ਸੁਣਾਈ ਸਖਤ ਸਜ਼ਾ। ਫਰਾਂਸ ਐਮਬੈਸੀ ਵੀਜ਼ਾ ਧੋਖਾਦਹੀ ਮਾਮਲੇ 'ਚ ਵੱਡੀ ਕਾਰਵਾਈ। ਟਰੈਵਲ ਏਜੰਟ ਦੇ ਬੈਂਕ ਲੌਕਰ ਦੀ ਤਲਾਸ਼ੀ ਨੇ ਉਡਾਏ ਹੋਸ਼। ਅਮਰੀਕਾ ਤੋਂ ਕੈਨੇਡਾ ਆ ਰਹੇ ਪਿਸਤੌਲਾਂ ਦੇ ਹੜ੍ਹ। ਕੈਨੇਡਾ ਦੇ ਕਸਬੇ ਹੇ ਰਿਵਰ ਨੂੰ ਜੰਗਲੀ ਅੱਗ ਨੇ ਪਾਇਆ ਘੇਰਾ। ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ ਜਾਰੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ। ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਸ਼ਾਮਲ ਭਾਰਤੀ ਅਮਰੀਕੀ ਦਾਅਵੇਦਾਰ ਨਿੱਕੀ ਹੇਲੀ ਅਤੇ ਵਿਵੇਕ ਰਾਮਾਸਵਾਮੀ ਨੇ ਅਮਰੀਕਾ ਵਿੱਚ ਰਿਪਬਲਿਕਨ ਪਾਰਟੀ ਦੀ ਪਹਿਲੀ ਪ੍ਰਾਇਮਰੀ ਵਿੱਚ ਵਿਦੇਸ਼ ਨੀਤੀ ਦੇ ਮੁੱਦੇ ਤੇ ਬਹਿਸ ਕੀਤੀ। ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਹੇਲੀ ਨੇ ਆਪਣੇ ਵਿਰੋਧੀ ਅਤੇ ਉਦਯੋਗਪਤੀ ਰਾਮਾਸਵਾਮੀ ਤੇ ਵਿਦੇਸ਼ ਨੀਤੀ ਦਾ ਬਹੁਤ ਘੱਟ ਤਜਰਬਾ ਰੱਖਣ ਅਤੇ ਰੂਸ ਦਾ ਪੱਖ ਲੈਣ ਦਾ ਦੋਸ਼ ਲਗਾਇਆ। ਉੱਥੇ ਹੀ ਅਮਰੀਕੀ ਮੀਡੀਆ ਦੇ ਮੁਤਾਬਕ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਬਹਿਸ ਦੇ ਵਿੱਚ ਹਿੱਸਾ ਨਹੀਂ ਲਿਆ। ਹੇਲੀ ਅਤੇ ਰਾਮਾਸਵਾਮੀ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵਿਦੇਸ਼ ਨੀਤੀ ਦੇ ਮੁੱਦਿਆਂ ਨੂੰ ਲੈ ਕੇ ਵਿਵਾਦਾਂ 'ਚ ਨੇ। ਮਿਲਵਾਕੀ ਵਿਸਕਾਂਸਨ 'ਚ ਬੁੱਧਵਾਰ ਨੂੰ ਹੋਈ ਬਹਿਸ ਦੇ ਦੌਰਾਨ ਹੇਲੀ ਨੇ ਰਾਮਾਸਵਾਮੀ ਤੇ ਅਮਰੀਕਾ ਦੇ ਦੁਸ਼ਮਣਾਂ ਦਾ ਸਮਰਥਨ ਕਰਨ ਅਤੇ ਆਪਣੇ ਦੋਸਤਾਂ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ। ਇਸ ਤੋਂ ਪਹਿਲਾਂ ਰਾਮਾਸਵਾਮੀ ਨੇ ਕਿਹਾ ਸੀਗਾ ਕਿ ਉਹ ਰੂਸ ਖਿਲਾਫ ਜੰਗ ਵਿੱਚ ਯੂਕਰੇਨ ਦਾ ਸਮਰਥਨ ਨਹੀਂ ਕਰਨਗੇ। ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਸਾਬਕਾ ਰਾਜਦੂਤ ਹੇਲੀ ਨੇ ਰਾਮਾਸਵਾਮੀ ਤੇ ਉਹਨਾਂ ਦੇ ਨਾਲ ਖੜਨ ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਕਾਤਲ ਰੂਸੀ ਰਾਸ਼ਟਰਪਤੀ ਦਾ ਸਮਰਥਨ ਕਰ ਰਹੇ ਨੇ ਅਤੇ ਜੇਕਰ ਉਹ ਰਾਸ਼ਟਰਪਤੀ ਬਣੇ ਤਾਂ ਅਮਰੀਕਾ ਅਸੁਰੱਖਿਅਤ ਹੋ ਜਾਏਗਾ। ਹੇਲੀ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਰੂਸ ਯੂਕਰੇਨ ਤੇ ਕਬਜ਼ਾ ਕਰ ਲਏ। ਉਹ ਚਾਹੁੰਦੇ ਨੇ ਕਿ ਚੀਨ ਤਾਇਵਾਨ ਨੂੰ ਆਪਣੇ ਨਾਲ ਜੋੜ ਲਵੇ। ਉੱਥੇ ਹੀ ਰਾਮਾਸਵਾਮੀ ਨੇ ਕਿਹਾ ਕਿ ਉਹ ਜੰਗ ਪ੍ਰਭਾਵਿਤ ਯੂਕਰੇਨ ਨੂੰ ਹੋਰ ਜ਼ਿਆਦਾ ਸਹਾਇਤਾ ਦਿੱਤੇ ਜਾਣ ਦਾ ਸਮਰਥਨ ਨਹੀਂ ਕਰਨਗੇ। ਉਹਨਾਂ ਨੇ ਕਿਹਾ ਸਾਨੂੰ ਉਨਾ ਹੀ ਫੌਜੀ ਸਾਧਨਾਂ ਦੀ ਵਰਤੋਂ ਅਮਰੀਕਾ 'ਚ ਸਾਡੇ ਦੱਖਣੀ ਸਰਹੱਦ ਤੇ ਹਮਲੇ ਨੂੰ ਰੋਕਣ ਲਈ ਕਰਨੀ ਚਾਹੀਦੀ ਹੈ। ਅਮਰੀਕਾ ਲਈ ਯੂਕਰੇਨ ਪਹਿਲ ਨਹੀਂ ਹੈ। ਉਹਨਾਂ ਨੇ ਦੋਸ਼ ਲਗਾਇਆ ਕਿ ਹੇਲੀ ਵੱਡੇ ਰੱਖਿਆ ਠੇਕਾਦਾਰਾਂ ਦੇ ਇਸ਼ਾਰੇ ਤੇ ਯੂਕਰੇਨ ਦਾ ਸਮਰਥਨ ਕਰ ਰਹੀ ਹੈ। ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰਾਂ ਲਈ ਪਹਿਲੀ ਪ੍ਰਾਇਮਰੀ ਬਹਿਸ ਦੇ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ ਅਰਬਪਤੀ ਭਾਰਤੀ ਅਮਰੀਕੀ ਬਾਇਓਟੈਕ ਉਦਯੋਗਪਤੀ ਵਿਵੇਕ ਰਾਮਾਸਵਾਮੀ ਦੀ ਲੋਕਪ੍ਰਿਯਤਾ ਰੇਟਿੰਗ ਵਿੱਚ ਵਾਧਾ ਹੋਇਆ ਹੈ। ਇਸ ਦੇ ਨਾਲ ਆਨਲਾਈਨ ਫੰਡ ਇਕੱਠਾ ਕਰਨ ਦੀ ਕਵਾਇਦ ਵਿੱਚ ਵਾਧਾ ਹੋਇਆ ਹੈ। ਉਦਮੀ ਤੋਂ ਸਿਆਸਤਦਾਨ ਬਣੇ ਰਾਮਾਸਵਾਮੀ ਨੂੰ ਬਹਿਸ ਦੌਰਾਨ 3 ਚੋਟੀ ਦੇ ਵਿਰੋਧੀਆਂ ਨਿਊ ਜਰਸੀ ਦੇ ਸਾਬਕਾ ਗਵਰਨਰ ਕ੍ਰਿਸ ਕ੍ਰਿਸਟੀਜ਼, ਸਾਬਕਾ ਉਪ ਰਾਸ਼ਟਰਪਤੀ ਮਾਈਕ ਪੇਂਸ ਅਤੇ ਦੱਖਣੀ ਕੈਰੋਲੀਨਾ ਦੀ ਗਵਰਨਰ ਨਿੱਕੀ ਹੇਲੀ ਨਾਲ ਸਖਤ ਟੱਕਰ ਦਾ ਸਾਹਮਣਾ ਕਰਨਾ ਪਿਆ। ਪੋਪੂਲਰ ਐਕਸੈਸ ਦੀ ਖਬਰ ਦੇ ਮੁਤਾਬਕ ਟਰੰਪ ਦੀ ਗੈਰ ਮੌਜੂਦਗੀ ਵਿੱਚ ਰਾਮਾਸਵਾਮੀ ਦੇ GOP ਬਹਿਸ ਵਿੱਚ ਜਿੱਤ ਹਾਸਲ ਕੀਤੀ। ਬਹਿਸ ਤੋਂ ਬਾਅਦ ਜਾਰੀ ਕੀਤੇ ਗਏ ਪਹਿਲੇ ਸਰਵੇਖਣ ਦੇ ਵਿੱਚ ਕਿਹਾ ਗਿਆ ਕਿ 504 ਉੱਤਰਦਾਤਾਵਾਂ ਵਿੱਚੋਂ 28% ਨੇ ਕਿਹਾ ਕਿ ਰਾਮਾਸਵਾਮੀ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ। ਉਹਨਾਂ ਤੋਂ ਬਾਅਦ ਫਲੋਰੀਡਾ ਦੇ ਗਵਰਨਰ ਰੌਨ 27%, ਪੇਂਸ ਨੂੰ 13% ਅਤੇ ਭਾਰਤੀ ਅਮਰੀਕੀ ਹੇਲੀ ਨੂੰ 7% ਵੋਟਾਂ ਮਿਲੀਆਂ। ਫੌਕਸ ਨਿਊਜ਼ ਦੇ ਅਨੁਸਾਰ ਰਾਮਾਸਵਾਮੀ ਪਹਿਲੀ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੀ ਬਹਿਸ ਦੇ ਲਈ ਗੂਗਲ ਤੇ ਸਭ ਤੋਂ ਵੱਧ ਸਰਚ ਕੀਤੇ ਜਾਣ ਵਾਲੇ GOP ਉਮੀਦਵਾਰ ਰਹੇ ਨੇ। ਉਹਨਾਂ ਤੋਂ ਬਾਅਦ ਉਹਨਾਂ ਦੀ ਸਾਥੀ ਭਾਰਤੀ ਅਮਰੀਕੀ ਨਿੱਕੀ ਹੇਲੀ ਸੀ। ਵਾਲ ਸਟਰੀਟ ਜਰਨਲ ਨੇ ਰਿਪੋਰਟ ਦਿੱਤੀ ਹੈ ਕਿ ਵਿਵੇਕ ਰਾਮਾਸਵਾਮੀ ਨੇ ਪਹਿਲੀ ਰਿਪਬਲਿਕਨ ਪ੍ਰਾਇਮਰੀ ਬਹਿਸ ਵਿੱਚ ਕਾਫੀ ਸੁਰਖੀਆਂ ਬਟੋਰੀਆਂ। ਕੈਨੇਡਾ ਵਿੱਚ ਬਰੈਂਪਟਨ ਵਿਖੇ ਭਾਰਤੀ ਮੂਲ ਦੇ ਇੱਕ ਰੀਅਲ ਅਸਟੇਟ ਏਜੰਟ ਨੂੰ ਅਫੀਮ ਦਰਾਮਦ ਕਰਨ ਦਾ ਦੋਸ਼ੀ ਪਾਇਆ ਗਿਆ। ਇਸ ਮਾਮਲੇ ਵਿੱਚ ਉਸ ਨੂੰ 7 ਸਾਲ ਦੀ ਕੈਦ ਦੀ ਸਜ਼ਾ ਕੱਟਣ ਤੋਂ ਬਾਅਦ ਦੇਸ਼ ਨਿਕਾਲਾ ਦਿੱਤਾ ਜਾਏਗਾ। ਇੱਕ ਸਥਾਨਕ ਮੀਡੀਆ ਰਿਪੋਰਟ ਦੇ ਵਿੱਚ ਜਾਣਕਾਰੀ ਦਿੱਤੀ ਗਈ। ਬਰੈਂਪਟਨ ਗਾਰਡੀਅਨ ਦੀ ਰਿਪੋਰਟ ਦੇ ਅਨੁਸਾਰ ਇੱਕ ਜਿਊਰੀ ਨੇ 34 ਸਾਲਾ ਨਿਤੇਸ਼ ਵਰਮਾ ਨੂੰ ਅਫੀਮ ਦੀ ਦਰਾਮਦ ਦੇ ਕੇ ਇੱਕ ਮਾਮਲੇ ਵਿੱਚ ਦੋਸ਼ੀ ਪਾਇਆ। ਰਿਪੋਰਟ ਦੇ ਅਨੁਸਾਰ ਨਿਤੇਸ਼ ਵਰਮਾ ਨੂੰ 4 ਅਗਸਤ 2019 ਨੂੰ ਗ੍ਰਿਫਤਾਰ ਕੀਤਾ ਗਿਆ ਸੀ,
ਜਦੋਂ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੁਰੱਖਿਆ ਕਰਮਚਾਰੀਆਂ ਨੂੰ ਮਠਿਆਈ ਦੇ ਡੱਬਿਆਂ ਦੇ ਅੰਦਰ 13.7 ਕਿਲੋਗ੍ਰਾਮ ਅਫੀਮ ਮਿਲੀ। ਉਦੋਂ ਉਹ ਭਾਰਤ ਤੋਂ ਵਾਪਸ ਆਇਆ ਸੀ। ਨਸ਼ੀਲੇ ਪਦਾਰਥਾਂ ਦੀ ਸੜਕੀ ਕੀਮਤ $2,94,316 ਤੋਂ $9,36,460 ਤੱਕ ਸੀ। ਉਧਰ ਨੀਤੀਸ਼ ਨੇ ਮੁਕੱਦਮੇ ਦੀ ਸੁਣਵਾਈ ਦੌਰਾਨ ਦਲੀਲ ਦਿੱਤੀ ਕਿ ਉਹ ਨਹੀਂ ਜਾਣਦਾ ਸੀਗਾ ਕਿ ਮਠਿਆਈਆਂ ਦੇ ਡੱਬਿਆਂ ਵਿੱਚ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਨੇ, ਕਿਉਂਕਿ ਉਹ ਆਪਣੇ ਇੱਕ ਦੋਸਤ ਦੀ ਬੇਨਤੀ ਤੇ ਇਹ ਡੱਬੇ ਕੈਨੇਡਾ ਲਿਆ ਰਿਹਾ ਸੀ। ਨੀਤੀਸ਼ ਦੇ ਵਕੀਲ ਦਾ ਕਹਿਣਾ ਹੈ ਕਿ ਉਹ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਣਗੇ। ਨੀਤੀਸ਼ ਦਾ ਫਾਇਦਾ ਉਸਦੇ ਜਾਣਕਾਰ ਇੱਕ ਬੇਈਮਾਨ ਵਿਅਕਤੀ ਨੇ ਉਠਾਇਆ। ਉਧਰ ਜੱਜ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਵਰਮਾ ਦੇ ਨਸ਼ਾ ਤਸਕਰਾਂ ਨਾਲ ਸੰਬੰਧ ਸਨ। ਨੀਤੀਸ਼ ਦੇ ਕਈ ਦੋਸਤਾਂ ਤੇ ਪਰਿਵਾਰ ਵਾਲਿਆਂ ਨੇ ਸਜ਼ਾ ਸੁਣਾਏ ਜਾਣ ਦੌਰਾਨ ਉਸ ਦੇ ਸਮਰਥਨ ਵਿੱਚ ਪੱਤਰ ਲਿਖੇ ਸੀ। ਨੀਤੀਸ਼ ਨੇ ਅਦਾਲਤ ਨੂੰ ਦੱਸਿਆ ਕਿ ਉਹ ਆਪਣੀ ਭੈਣ ਦੇ ਪਤੀ ਨੂੰ ਲੱਭਣ ਵਿੱਚ ਮਦਦ ਕਰਨ ਲਈ ਭਾਰਤ ਗਿਆ ਸੀ ਤੇ ਵਾਪਸੀ ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਵਾਪਸ ਆਉਣ ਤੋਂ ਪਹਿਲਾਂ ਦਿੱਲੀ ਦੇ ਹਵਾਈ ਅੱਡੇ ਤੇ ਉਸ ਨੂੰ ਮਠਿਆਈ ਦੇ ਡੱਬੇ ਦਿੱਤੇ ਗਏ। ਇੱਥੇ ਦੱਸ ਦਈਏ ਕਿ ਨੀਤੀਸ਼ 2013 ਵਿੱਚ ਸਟੱਡੀ ਪਰਮਿਟ ਤੇ ਕੈਨੇਡਾ ਪੁੱਜਾ ਸੀ, ਜਿਸ ਤੋਂ ਬਾਅਦ ਉਹ ਪੱਕਾ ਹੋਇਆ। ਫਿਰ ਟੈਲੀਕਮਿਊਨੀਕੇਸ਼ਨ ਦੀਆਂ ਵੱਡੀਆਂ ਕੰਪਨੀਆਂ ਵਿੱਚ ਕੰਮ ਕਰਨ ਤੋਂ ਬਾਅਦ ਲਾਇਸੈਂਸ ਲੈ ਕੇ ਪ੍ਰਾਪਰਟੀ ਡੀਲਰ ਵਜੋਂ ਕੰਮ ਕਰਨ ਲੱਗ ਪਿਆ। ਸੀਬੀਆਈ ਨੇ ਫਰਾਂਸ ਅੰਬੈਸੀ ਵਿੱਚ ਵੀਜ਼ਾ ਧੋਖਾਦੇਹੀ ਮਾਮਲੇ ਵਿੱਚ ਚੱਲ ਰਹੀ ਜਾਂਚ ਦੌਰਾਨ ਦੂਜੀ ਵਾਰ ਮਾਛੀਵਾੜਾ ਵਿੱਚ ਇੱਕ ਟਰੈਵਲ ਏਜੰਟ ਦੇ ਘਰ ਛਾਪੇਮਾਰੀ ਕੀਤੀ ਅਤੇ ਉਸ ਦੇ ਬੈਂਕ ਲਾਕਰ ਦੀ ਤਲਾਸ਼ੀ ਦੌਰਾਨ 35 ਲੱਖ ਰੁਪਏ ਬਰਾਮਦ ਕੀਤੇ ਗਏ। ਜਾਣਕਾਰੀ ਦੇ ਅਨੁਸਾਰ ਸੀਬੀਆਈ ਵੱਲੋਂ ਫਰਾਂਸ ਦੇ ਦੂਤਘਰ ਵਿੱਚ ਫਰਜ਼ੀ ਵੀਜ਼ੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤਹਿਤ ਉਹਨਾਂ ਵੱਲੋਂ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਇਸ ਫਰਜ਼ੀ ਵੀਜ਼ੇ ਦੇ ਤਾਰ ਮਾਛੀਵਾੜਾ ਦੇ ਰਹਿਣ ਵਾਲੇ ਟਰੈਵਲ ਏਜੰਟ ਬਲਵਿੰਦਰ ਸਿੰਘ ਨਾਲ ਜੁੜੇ, ਜਿਸ ਸੰਬੰਧੀ 2 ਮਹੀਨੇ ਪਹਿਲਾਂ 28 ਜੂਨ ਨੂੰ ਸੀਬੀਆਈ ਨੇ ਉਸ ਦੇ ਘਰ ਤੇ ਦਫ਼ਤਰ 'ਚ ਛਾਪੇਮਾਰੀ ਕੀਤੀ ਸੀ ਅਤੇ ਕੁਝ ਦਸਤਾਵੇਜ਼ ਵੀ ਕਬਜ਼ੇ ਵਿੱਚ ਲਏ ਸਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸੀਬੀਆਈ ਨੂੰ ਮਾਛੀਵਾੜਾ ਦੇ ਐਕਸਿਸ ਬੈਂਕ ਵਿੱਚ ਇਸ ਟਰੈਵਲ ਏਜੰਟ ਦਾ ਲੋਕਰ ਮਿਲਿਆ, ਜਿਸ ਨੂੰ ਉਸ ਸਮੇਂ ਸੀਲ ਕਰਵਾ ਦਿੱਤਾ ਗਿਆ ਸੀ। ਹੁਣ ਫਿਰ ਸੀਬੀਆਈ ਦੀ ਛਾਪੇਮਾਰੀ ਬੜੇ ਗੁਪਤ ਢੰਗ ਨਾਲ ਹੋਈ ਅਤੇ ਇਸ ਦੇ ਅਧਿਕਾਰੀ ਪਹਿਲਾਂ ਟਰੈਵਲ ਏਜੰਟ ਦੇ ਘਰ ਪੁੱਜੇ, ਜਿਨ੍ਹਾਂ ਨੇ ਬਲਵਿੰਦਰ ਸਿੰਘ ਨੂੰ ਨਾਲ ਲੈ ਕੇ ਐਕਸਿਸ ਬੈਂਕ ਵਿੱਚ ਪੁੱਜ ਕੇ ਬੈਂਕ ਲੋਕਰ ਦੀ ਤਲਾਸ਼ੀ ਲਈ। ਸੂਤਰਾਂ ਦੇ ਅਨੁਸਾਰ ਬੈਂਕ ਲੋਕਰ 'ਚ ਮਿਲੀ ਰਾਸ਼ੀ 35 ਲੱਖ ਰੁਪਏ ਤੋਂ ਕਿਤੇ ਜ਼ਿਆਦਾ ਹੈ। ਸੀਬੀਆਈ ਟੀਮ ਵੱਲੋਂ ਟਰੈਵਲ ਏਜੰਟ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਫਰਾਂਸ ਦਾ ਜੋ ਨਵੀਂ ਦਿੱਲੀ ਵਿਖੇ ਦੂਤਘਰ ਹੈ, ਉਸ ਵਿੱਚ ਸ਼ੈਂਗਨ ਵੀਜ਼ਾ ਪੰਜਾਬ ਦੇ ਕਈ ਨੌਜਵਾਨਾਂ ਦਾ ਲਾਇਆ ਗਿਆ, ਜਿਨ੍ਹਾਂ ਤੋਂ 25 ਤੋਂ 45 ਲੱਖ ਰੁਪਏ ਪ੍ਰਤੀ ਵੀਜ਼ਾ ਵਸੂਲੇ ਜਾਂਦੇ ਸੀ। ਇਹ ਵੀਜ਼ਾ ਪਿਛਲੇ ਸਾਲ ਲਏ ਗਏ, ਜਿਸ ਵਿੱਚ ਅੰਬੈਸੀ ਦੇ ਵਿਅਕਤੀਆਂ ਤੋਂ ਇਲਾਵਾ ਟਰੈਵਲ ਏਜੰਟਾਂ ਦੀ ਸ਼ਮੂਲੀਅਤ ਸਾਹਮਣੇ ਆਈ ਅਤੇ ਹੁਣ ਸੀਬੀਆਈ ਵੱਲੋਂ ਮਾਮਲੇ ਦੀ ਤਹਿ ਤੱਕ ਜਾਣ ਨਾਲ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਕੈਨੇਡਾ ਵਿੱਚ ਗੋਲੀਬਾਰੀ ਦੀਆਂ ਵਾਰਦਾਤਾਂ 9 ਗੁਣਾ ਵੱਧ ਚੁੱਕੀਆਂ ਨੇ ਅਤੇ ਇਸ ਦਾ ਜ਼ਿੰਮੇਵਾਰ ਅਮਰੀਕਾ ਤੋਂ ਆ ਰਿਹਾ ਹਥਿਆਰਾਂ ਦਾ 10 ਗੁਣਾ ਵਾਧਾ ਦੱਸਿਆ ਜਾ ਰਿਹਾ। ਬਲੂਮਬਰਗ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਕੈਨੇਡਾ ਵਿੱਚ ਜੂਨ ਦੇ ਅੰਤ ਤੱਕ 8,66,806 ਹੈਂਡਗਨਸ ਮੌਜੂਦ ਨੇ ਅਤੇ ਵੱਡੇ ਪੱਧਰ ਤੇ ਹਥਿਆਰਾਂ ਦੀ ਤਸਕਰੀ ਇਸ ਅੰਕੜੇ ਨੂੰ ਹੋਰ ਉੱਪਰ ਲੈ ਜਾ ਰਹੀ ਹੈ। ਕੇਵਲ ਅਮਰੀਕਾ ਤੋਂ ਹੀ ਹਥਿਆਰ ਕੈਨੇਡਾ ਨਹੀਂ ਪੁੱਜ ਰਹੇ, ਸਗੋਂ ਤੁਰਕੀ, ਇਟਲੀ, ਚਾਈਨਾ ਅਤੇ ਹੋਰ ਮੁਲਕਾਂ ਤੋਂ ਵੀ ਆ ਰਹੇ ਨੇ। ਇੱਕ ਨਿਊਜ਼ ਦੀ ਰਿਪੋਰਟ ਕਹਿੰਦੀ ਹੈ ਕਿ 2003 ਵਿੱਚ ਗੋਲੀਬਾਰੀ ਦੀਆਂ 219 ਵਾਰਦਾਤਾਂ ਸਾਹਮਣੇ ਆਈਆਂ, ਜਦਕਿ 2022 ਵਿੱਚ ਇਹ ਅੰਕੜਾ 869% ਵਾਧੇ ਨਾਲ 2123 ਤੱਕ ਪਹੁੰਚ ਗਿਆ। ਅਮਰੀਕਾ ਦੇ ਨੇੜੇ ਹੋਣ ਕਾਰਨ ਟੋਰਾਂਟੋ ਵਿਖੇ ਸਭ ਤੋਂ ਜ਼ਿਆਦਾ ਨਾਜਾਇਜ਼ ਹਥਿਆਰ ਮੌਜੂਦ ਨੇ ਅਤੇ ਅਕਸਰ ਅਪਰਾਧੀਆਂ ਵੱਲੋਂ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਭਾਵੇਂ ਕੈਨੇਡਾ ਦੇ ਕਈ ਸ਼ਹਿਰਾਂ ਵਿੱਚ ਅਪਰਾਧਕ ਗਰੋਹਾਂ ਦੀ ਮੌਜੂਦਗੀ ਹੈ, ਪਰ ਸਸਕੈਚੁਅਨ ਦੀ ਰਾਜਧਾਨੀ ਰਜ਼ੀਨਾ ਵਿਖੇ ਬੰਦੂਕ ਹਿੰਸਾ ਤੇਜ਼ੀ ਨਾਲ ਵਧੀ ਹੈ। ਕੈਨੇਡਾ ਦੇ ਉੱਤਰੀ ਪੱਛਮੀ ਖੇਤਰ ਵਿੱਚ ਸ਼ੁੱਕਰਵਾਰ ਨੂੰ ਜੰਗਲੀ ਅੱਗ ਕਾਰਨ ਗ੍ਰੇਟ ਸਲੇਵ ਲੇਕ ਨੇੜੇ ਸਥਿਤ ਲਗਭਗ 4000 ਆਬਾਦੀ ਵਾਲੇ ਹੇ ਰਿਵਰ ਕਸਬੇ ਨੂੰ ਖਾਲੀ ਕਰਵਾਉਣਾ ਪਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉੱਤਰ ਪੱਛਮ ਖੇਤਰ ਦੀ ਸਰਕਾਰ ਨੇ ਕਰਮਚਾਰੀਆਂ ਸਮੇਤ ਕਸਬੇ ਵਿੱਚ ਹਰ ਕਿਸੇ ਨੂੰ ਹੇ ਰਿਵਰ ਮਰਲਿਨ ਕਾਟਰ ਹਵਾਈ ਅੱਡੇ ਤੇ ਜਾਣ ਅਤੇ ਹੋਰ ਨਿਰਦੇਸ਼ਾਂ ਦੀ ਉਡੀਕ ਕਰਨ ਦਾ ਆਦੇਸ਼ ਦਿੱਤਾ। ਖੇਤਰ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 3:23 ਤੇ ਪੋਸਟ ਕੀਤੀ ਇੱਕ ਚੇਤਾਵਨੀ ਦੇ ਵਿੱਚ ਕਿਹਾ ਕਿ ਕੋਈ ਵੀ ਵਿਅਕਤੀ ਜੋ ਹੇ ਰਿਵਰ ਵਿੱਚ ਰਹਿੰਦਾ ਹੈ ਉਹ ਆਪਣੇ ਜ਼ੋਖਮ ਤੇ ਅਜਿਹਾ ਕਰ ਰਿਹਾ ਹੈ। ਇੱਥੇ ਕੋਈ ਐਮਰਜੈਂਸੀ ਸੇਵਾਵਾਂ ਜਾਂ ਜਵਾਬ ਉਪਲਬਧ ਨਹੀਂ ਹੋਣਗੇ। ਦੱਸ ਦਈਏ ਕਿ ਕੈਨੇਡਾ ਵਿੱਚ ਇਸ ਸਮੇਂ ਆਪਣੇ ਸਭ ਤੋਂ ਖਰਾਬ ਜੰਗਲੀ ਅੱਗ ਦੇ ਮੌਸਮ ਦਾ ਸਾਹਮਣਾ ਕਰ ਰਿਹਾ ਹੈ ਅਤੇ ਪਿਛਲੇ ਹਫ਼ਤੇ ਉੱਤਰੀ ਪੱਛਮੀ ਖੇਤਰ ਦੀ ਰਾਜਧਾਨੀ ਜ਼ੈਲੋਨਾਈਫ ਦੀ ਪੂਰੀ ਆਬਾਦੀ ਸਮੇਤ
50,000 ਤੋਂ ਵੱਧ ਲੋਕ ਆਪਣੇ ਘਰ ਛੱਡਣ ਦੇ ਲਈ ਮਜਬੂਰ ਹੋਏ। ਸਰਕਾਰ ਨੇ ਬਾਅਦ ਵਿੱਚ ਇੱਕ ਚੇਤਾਵਨੀ 'ਚ ਕਿਹਾ ਕਿ ਉੱਤਰ ਪੱਛਮੀ ਪ੍ਰਦੇਸ਼ਾਂ ਵਿੱਚ ਕਈ ਭਾਈਚਾਰਿਆਂ ਲਈ ਮੇਲ ਸੇਵਾ ਦੀ ਅੱਗ ਨਾਲ ਪ੍ਰਭਾਵਿਤ ਹੋਈ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਸਾਲ 2020 ਵਿੱਚ ਚੋਣ ਨਤੀਜਿਆਂ ਨੂੰ ਬਦਲਣ ਦੇ ਦੋਸ਼ ਵਿੱਚ ਆਤਮ ਸਮਰਪਣ ਕੀਤਾ ਸੀ ਤੇ ਜੇਲ੍ਹ ਗਏ ਸੀ। ਹਾਲਾਂਕਿ 20 ਮਿੰਟਾਂ 'ਚ ਹੀ ਉਹਨਾਂ ਨੂੰ ਇਸ ਜੇਲ੍ਹ ਤੋਂ ਰਿਹਾ ਵੀ ਮਿਲ ਗਏ ਔਰ ਇਸ ਸਾਲ ਹੁਣ ਤੱਕ 4 ਵਾਰ ਅਜਿਹਾ ਹੋਇਆ ਕਿ ਟਰੰਪ ਨੂੰ ਕਿਸੇ ਨਾ ਕਿਸੇ ਮਾਮਲੇ 'ਚ ਆਤਮ ਸਮਰਪਣ ਕਰਨਾ ਪਿਆ। ਡੋਨਾਲਡ ਟਰੰਪ ਉੱਤੇ ਚੋਣ ਨਤੀਜਿਆਂ ਨੂੰ ਬਦਲਣ ਦੇ ਮਾਮਲੇ 'ਚ ਜਾਂਚ ਚੱਲ ਰਹੀ ਹੈ। ਜਦੋਂ ਸਾਲ 2021 ਜਨਵਰੀ ਦੇ ਦੌਰਾਨ ਉਹਨਾਂ ਨੇ ਸਟੇਟ ਆਫ ਜਾਰਜੀਆ ਸੈਕਟਰੀ ਬ੍ਰੈਂਡ ਰੇਫਨਸਬਰਗ ਦੇ ਵਿੱਚ ਹੋਈ ਇੱਕ ਕਾਲ ਰਿਕਾਰਡ ਲੀਕ ਹੋਈ ਔਰ ਇਸ ਕਾਲ ਰਿਕਾਰਡ ਵਿੱਚ ਟਰੰਪ ਨੇ ਉੱਥੋਂ ਦੇ ਹੁਕਮ ਹੁੰਦੇ ਸੁਣਿਆ ਗਿਆ ਕਿ ਸਾਨੂੰ ਕੇਵਲ 11,780 ਵੋਟਾਂ ਦੀ ਲੋੜ ਹੈ ਬਾਈਡਨ ਤੋਂ ਅੱਗੇ ਨਿਕਲਣ ਦੇ ਲਈ। ਹਾਲਾਂਕਿ ਇਸ ਸਾਲ ਡੋਨਾਲਡ ਟਰੰਪ ਚੋਣ ਨਤੀਜਿਆਂ ਨੂੰ ਬਦਲਣ ਦੇ ਲਈ ਨਾ ਕੇਵਲ ਆਤਮ ਸਮਰਪਣ ਕਰਕੇ ਜੇਲ੍ਹ ਗਏ ਬਲਕਿ 4 ਅਜਿਹੇ ਮਾਮਲੇ ਨੇ ਜਿਨ੍ਹਾਂ ਵਿੱਚ ਉਹਨਾਂ ਤੇ ਲੱਗੇ ਦੋਸ਼ ਸਾਬਤ ਹੋ ਚੁੱਕੇ ਨੇ। ਇਨ੍ਹਾਂ 'ਚ ਮਨੀ ਹਸ਼, ਨਿਊਯਾਰਕ ਸਿਵਲ ਕੇਸ, ਕੈਪੀਟਲ ਹਿੱਲ ਦੰਗੇ ਅਤੇ ਵਰਗੀਕ੍ਰਿਤ ਦਸਤਾਵੇਜ਼ ਕੇਸ ਸ਼ਾਮਲ ਹਨ। ਮਨੀ ਹਸ਼ ਕੇਸ ਦੀ ਗੱਲ ਕਰਦੇ ਹੋਏ ਉਹਨਾਂ ਨੂੰ ਪੌਰਨ ਸਟਾਰ ਸਟੋਰਮੀ ਡੈਨੀਅਲਜ਼ ਨੂੰ ਵੱਡੀ ਰਕਮ ਅਦਾ ਕਰਨੀ ਲਈ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ। 2016 ਚ ਅਮਰੀਕੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਟਰੰਪ ਨੇ ਆਪਣੇ ਵਕੀਲ ਰਾਹੀਂ ਪੌਰਨ ਸਟਾਰ ਨੂੰ $1,30,000 ਦੇਣ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਉਸਦੇ ਅਤੇ ਉਸਦੇ ਰਿਸ਼ਤੇ ਤੇ ਚੁੱਪੀ ਧਾਰੀ ਜਾ ਸਕੇ। ਵਿਸ਼ੇਸ਼ ਵਕੀਲ ਜੈਕ ਦੁਆਰਾ ਟਰੰਪ ਦੇ ਖਿਲਾਫ ਦੂਜਾ ਮਾਮਲਾ ਅਗਸਤ ਵਿੱਚ ਸਾਹਮਣੇ ਆਇਆ ਜਦੋਂ ਸਾਬਕਾ ਰਾਸ਼ਟਰਪਤੀ ਨੂੰ 2020 ਦੀਆਂ ਚੋਣਾਂ ਤੋਂ ਬਾਅਦ US ਕੈਪੀਟਲ ਵਿੱਚ ਉਹਨਾਂ ਦੇ ਸਮਰਥਕਾਂ ਦੁਆਰਾ ਹਿੰਸਕ ਦੰਗਿਆਂ ਦਾ ਸ਼ਿਕਾਰ ਹੋਣਾ ਪਿਆ। ਉਹਨਾਂ ਤੇ ਚੋਣ ਨਤੀਜਿਆਂ ਨੂੰ ਵਿਗਾੜਨ ਦੇ ਦੋਸ਼ ਵਿੱਚ ਦੋਸ਼ੀ ਠਹਿਰਾਇਆ ਗਿਆ। ਨਿਊਯਾਰਕ ਦੇ ਅਟਾਰਨੀ ਜਨਰਲ ਜੇਮਸ ਨੇ ਟਰੰਪ ਅਤੇ ਟਰੰਪ ਸੰਗਠਨ ਤੇ ਮੁਕੱਦਮਾ ਕੀਤਾ। ਦੋਸ਼ ਲਗਾਇਆ ਕਿ ਉਹਨਾਂ ਨੇ ਕਰਜ਼ੇ ਅਤੇ ਟੈਕਸ ਲਾਭ ਪ੍ਰਾਪਤ ਕਰਨ ਦੇ ਲਈ ਗੋਲਫ ਕੋਰਸ ਅਤੇ ਸਕਾਈ ਕ੍ਰੈਪਸ ਸਮੇਤ ਜਾਇਦਾਦਾਂ ਦੇ ਮੁੱਲ ਬਾਰੇ ਬੈਂਕਾਂ ਅਤੇ ਟੈਕਸ ਅਧਿਕਾਰੀਆਂ ਨੂੰ ਗੁੰਮਰਾਹ ਕੀਤਾ ਸੀ। ਜੇ ਟਰੰਪ ਇਸ ਵਿੱਚ ਦੋਸ਼ੀ ਪਾਏ ਜਾਂਦੇ ਨੇ ਤਾਂ ਉਹਨਾਂ ਨੂੰ $25 ਕਰੋੜ ਦਾ ਜੁਰਮਾਨਾ ਭਰਨਾ ਪਏਗਾ। ਤੋਸ਼ਾਖਾਨਾ ਭ੍ਰਿਸ਼ਟਾਚਾਰ ਮਾਮਲੇ 'ਚ ਸੈਸ਼ਨ ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਤੇ ਖੁਦ ਨੂੰ ਦੋਸ਼ੀ ਠਹਿਰਾਉਣ ਦੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਇਸਲਾਮਾਬਾਦ ਹਾਈ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਟੀਸ਼ਨ ਤੇ ਸੁਣਵਾਈ 28 ਅਗਸਤ ਤੱਕ ਮੁਲਤਵੀ ਕਰ ਦਿੱਤੀ ਹੈ। ਇਮਰਾਨ ਖਾਨ ਫਿਲਹਾਲ ਜੇਲ੍ਹ ਵਿੱਚ ਬੰਦ ਨੇ। ਹਾਈ ਕੋਰਟ 22 ਅਗਸਤ ਤੋਂ ਇਮਰਾਨ ਦੀ ਪਟੀਸ਼ਨ ਤੇ ਸੁਣਵਾਈ ਕਰ ਰਹੀ ਹੈ। ਇਸ ਤੋਂ ਪਹਿਲਾਂ ਹਾਈ ਕੋਰਟ ਦੇ ਚੀਫ ਜਸਟਿਸ ਅਮਿਰ ਫਾਰੂਕ ਅਤੇ ਜਸਟਿਸ ਤਾਰਿਕ ਮਹਿਮੂਦ ਜਹਾਂਗੀਰੀ ਦੀ ਬੈਂਚ ਨੇ ਵੀਰਵਾਰ ਸੁਣਵਾਈ ਇੱਕ ਦਿਨ ਲਈ ਮੁਲਤਵੀ ਕਰ ਦਿੱਤੀ ਸੀ। ਉਦੋਂ ਸਮਝਿਆ ਗਿਆ ਸੀਗਾ ਕਿ ਅਦਾਲਤ ਸ਼ੁੱਕਰਵਾਰ ਨੂੰ ਫੈਸਲਾ ਸੁਣਾ ਸਕਦੀ ਹੈ। ਖਾਨ ਇਸ ਸਮੇਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਅਟਕ ਜੇਲ੍ਹ ਵਿੱਚ ਬੰਦ ਨੇ। ਸਾਬਕਾ ਪ੍ਰਧਾਨ ਮੰਤਰੀ ਨੂੰ 5 ਸਾਲਾਂ ਲਈ ਕਿਸੇ ਵੀ ਸਰਕਾਰੀ ਅਹੁਦੇ ਤੇ ਰਹਿਣ ਦੇ ਲਈ ਅਯੋਗ ਕਰਾਰ ਦਿੱਤਾ ਗਿਆ। 5 ਅਗਸਤ ਨੂੰ ਇਸਲਾਮਾਬਾਦ ਸਥਿਤ ਸੈਸ਼ਨ ਅਦਾਲਤ ਦੇ ਜੱਜ ਹੁਮਾਯੂ ਦਿਲਾਵਰ ਨੇ ਪਾਕਿਸਤਾਨ ਦੇ ਚੋਣ ਕਮਿਸ਼ਨ ਵੱਲੋਂ ਦਾਇਰ ਇੱਕ ਮਾਮਲੇ ਦੇ ਵਿੱਚ ਖਾਨ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਨੂੰ 3 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਦੂਜੇ ਪਾਸੇ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਨੇ ਦਾਅਵਾ ਕੀਤਾ ਕਿ ਜੇਲ੍ਹ ਵਿੱਚ ਇਮਰਾਨ ਦੀ ਜਾਨ ਨੂੰ ਖਤਰਾ ਹੈ। ਉਸਨੇ ਅਦਾਲਤ ਵਿੱਚ ਹਲਫਨਾਮਾ ਦਾਇਰ ਕੀਤਾ ਹੈ ਕਿ ਇਮਰਾਨ ਨੂੰ ਜੇਲ੍ਹ ਵਿੱਚ ਮਾਰਿਆ ਜਾ ਸਕਦਾ ਹੈ। ਉਹਨਾਂ ਨੇ ਜੇਲ੍ਹ ਵਿੱਚ ਉਸ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਸਾਬਕਾ WWE ਹੈਵੀਵੇਟ ਚੈਂਪੀਅਨ ਬ੍ਰੇਵ ਵਿਆਟ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹਨਾਂ ਦਾ 36 ਸਾਲਾਂ ਦੀ ਉਮਰ 'ਚ ਦੁਨੀਆ ਛੱਡਣਾ ਥੋੜਾ ਹੈਰਾਨੀਜਨਕ ਹੈ। ਬ੍ਰੇਵ WWE ਦੇ ਖਤਰਨਾਕ ਪਹਿਲਵਾਨਾਂ ਵਿੱਚੋਂ ਇੱਕ ਸਨ। ਉਹਨਾਂ ਦਾ ਜਨਮ ਅਮਰੀਕਾ ਦੇ ਫਲੋਰੀਡਾ ਸ਼ਹਿਰ ਵਿੱਚ ਹੋਇਆ ਸੀ। ਟ੍ਰਿਪਲ ਐਚ ਨੇ ਮੌਤ ਦੀ ਖਬਰ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ। WWE ਦੇ ਚੀਫ ਕੰਟੈਂਟ ਅਫਸਰ ਟ੍ਰਿਪਲ ਐਚ ਨੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਇਹ ਜਾਣਕਾਰੀ ਦਿੱਤੀ। ਉਸਨੇ ਲਿਖਿਆ, ਮੈਨੂੰ ਹਾਲ ਹੀ ਵਿੱਚ ਹਾਲ ਆਫ ਫੇਮਰ ਮਾਈਕ ਰੋਟੁੰਡਾ ਦਾ ਇੱਕ ਕਾਲ ਆਇਆ ਜਿਸਨੇ ਮੈਨੂੰ ਵਿੰਡਮ ਰੋਟੁੰਡਾ ਉਰਫ ਬ੍ਰੇਵ ਵਿਆਟ ਦੱਸਿਆ। ਉਹਨਾਂ ਦਾ ਅੱਜ ਦੇਹਾਂਤ ਹੋ ਗਿਆ। ਸਾਡੀ ਹਮਦਰਦੀ ਉਹਨਾਂ ਦੇ ਪਰਿਵਾਰ ਨਾਲ ਹੈ। ਅਸੀਂ ਬੇਨਤੀ ਕਰਦੇ ਹਾਂ ਕਿ ਇਸ ਸਮੇਂ ਹਰ ਕੋਈ ਆਪਣੀ ਗੋਪਨੀਯਤਾ ਦਾ ਆਦਰ ਕਰੇ। ਮੀਡੀਆ ਰਿਪੋਰਟਾਂ ਦੇ ਮੁਤਾਬਕ ਬ੍ਰੇਵ ਵਿਆਟ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਉਹ ਇਸ ਸਾਲ ਦੀ ਸ਼ੁਰੂਆਤ ਵਿੱਚ ਵੀ ਕੋਵਿਡ-19 ਦੇ ਸ਼ਿਕਾਰ ਹੋਏ ਸਨ। ਇਸ ਕਾਰਨ ਉਹਨਾਂ ਦੇ ਦਿਲ ਦੀ ਬਿਮਾਰੀ ਦਾ ਕੁਝ ਹੋਰ ਜਿਹੜਾ ਹੈ ਉਹ ਵੱਧ ਗਿਆ, ਜਿਸ ਕਾਰਨ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ। ਸਾਲ 2009 ਵਿੱਚ ਉਹਨਾਂ ਨੇ ਪਹਿਲੀ ਵਾਰ ਫਲੋਰੀਡਾ ਚੈਂਪੀਅਨਸ਼ਿਪ ਕੁਸ਼ਤੀ ਵਿੱਚ ਆਪਣੀ ਸ਼ੁਰੂਆਤ ਕੀਤੀ। ਉਹ ਅਪ੍ਰੈਲ 2019 ਚ ਪਹਿਲੀ ਵਾਰੀ ਟੀਵੀ ਤੇ ਦਿਖਾਈ ਦਿੱਤੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ
ਅਮਰੀਕਾ 'ਚ ਭਾਰਤੀ ਐਂਬੈਸਡਰ ਸਰਦਾਰ ਤਰਨਜੀਤ ਸਿੰਘ ਸੰਧੂ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਸ਼੍ਰੋਮਣੀ ਕਮੇਟੀ ਨੇ ਸਨਮਾਨਿਤ ਕੀਤਾ। ਇਸ ਦੌਰਾਨ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਆਪਣੇ ਦਾਦੇ ਦੇ ਨਾਂ ਤੇ ਬਣੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਸਥਿਤ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਪੁੱਜ ਕੇ ਆਪਣੇ ਪੁਰਖਿਆਂ ਦੀ ਯਾਦ ਤਾਜ਼ਾ ਕੀਤੀ। ਇਸ ਮੌਕੇ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਆਖਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੁੱਚੀ ਮਨੁੱਖਤਾ ਦੇ ਲਈ ਆਸਥਾ ਦਾ ਕੇਂਦਰ ਹੈ, ਜਿੱਥੋਂ ਮਨੁੱਖ ਨੂੰ ਰੂਹਾਨੀ ਸ਼ਕਤੀ ਮਿਲਦੀ ਹੈ। ਉਹ ਵੀ ਹਰ ਸਾਲ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਦੇ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪੁੱਜਦੇ ਨੇ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨਾਲ ਉਹਨਾਂ ਦੇ ਪਰਿਵਾਰ ਦਾ ਗਹਿਰਾ ਰਿਸ਼ਤਾ ਹੈ। ਉਹਨਾਂ ਦੇ ਵਡੇਰੇ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਸਮੇਂ ਵੱਡਾ ਯੋਗਦਾਨ ਪਾਇਆ ਸੀ ਅਤੇ ਕਈ ਮੋਰਚਿਆਂ ਵਿੱਚ ਹਿੱਸਾ ਲਿਆ। ਉਹਨਾਂ ਨੇ ਕਿਹਾ ਕਿ ਸਾਡੇ ਪਰਿਵਾਰ ਲਈ ਇਮਾਨ ਵਾਲੀ ਗੱਲ ਹੈ ਕਿ ਜਥੇਦਾਰ ਤੇਜਾ ਸਿੰਘ ਸਮੁੰਦਰੀ ਸਿੱਖ ਕੌਮ ਦੇ ਉੱਚ ਦੁਮਾਲੜੇ ਆਗੂ ਸਨ। ਸਰਦਾਰ ਤਰਨਜੀਤ ਸਿੰਘ ਸੰਧੂ ਨੇ ਹੋਰ ਗੱਲਬਾਤ ਕਰਦਿਆਂ ਕਿ ਇੱਕ ਮੌਜੂਦਾ ਸਮਾਂ ਟੈਕਨੋਲੋਜੀ ਦਾ ਯੁੱਗ ਹੈ ਅਤੇ ਸਿੱਖ ਕੌਮ ਨੂੰ ਵੀ ਆਪਣੀਆਂ ਵਿਦਿਅਕ ਸੰਸਥਾਵਾਂ ਦੇ ਵਿੱਚ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ 'ਚ ਮਾਹਿਰ ਬਣਾਉਣ ਦੇ ਲਈ ਵਧੇਰੇ ਯਤਨ ਕਰਨੇ ਚਾਹੀਦੇ ਨੇ। ਕਿਹਾ ਜਾਂਦਾ ਹੈ ਕਿ ਰੱਬ ਕੋਲ ਮਨੁੱਖੀ ਜੀਵਨ ਦੀ ਹਰ ਸਮੱਸਿਆ ਦਾ ਹੱਲ ਹੈ। ਇਸ ਕਰਕੇ ਲੋਕ ਪਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਨੇ, ਉਹਨਾਂ ਨੂੰ ਬੇਨਤੀ ਕਰਦੇ ਨੇ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਸਭ ਕੁਝ ਬਿਹਤਰ ਹੋ ਜਾਏ। ਪਰਮਾਤਮਾ ਤੱਕ ਪਹੁੰਚ ਕਰਨ ਦੇ ਲਈ ਬਹੁਤ ਸਾਰੇ ਲੋਕ ਭਗਤੀ ਕਰਦੇ ਨੇ, ਪੂਜਾ ਕਰਦੇ ਨੇ, ਪਰ ਹੁਣ ਭਗਵਾਨ ਨਾਲ ਸੰਪਰਕ ਕਰਨਾ ਆਸਾਨ ਹੋ ਗਿਆ ਹੈ ਕਿਉਂਕਿ ਇੱਕ ਨਵੀਂ ਐਪ ਬਣਾਈ ਗਈ ਹੈ ਜਿਸ ਰਾਹੀਂ ਲੋਕ ਸਿੱਧੇ ਭਗਵਾਨ ਦੇ ਨਾਲ ਚੈਟਿੰਗ ਕਰ ਸਕਣਗੇ। ਹੈਰਾਨ ਨਾ ਹੋਵੋ, ਪਰਮਾਤਮਾ ਖੁਦ ਚੈਟਿੰਗ ਨਹੀਂ ਕਰਨਗੇ ਪਰ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਕਿ AI ਨਾਲ ਬਣਿਆ ਇੱਕ ਚੈਟ ਬੋਟ ਇਹ ਚੈਟਿੰਗ ਕਰੇਗਾ। ਅਮਰੀਕਾ ਦੇ ਲਾਸ ਐਂਜਲਸ ਵਿੱਚ ਸਥਿਤ ਇੱਕ ਐਪ ਡਿਵੈਲਪਮੈਂਟ ਕੰਪਨੀ ਕੈਟਲੌਫ ਸੌਫਟਵੇਅਰ ਨੇ ਇੱਕ ਨਵਾਂ ਮੈਸੇਜਿੰਗ ਪ੍ਰੋਗਰਾਮ ਬਣਾਇਆ ਹੈ। ਇਸ ਐਪ ਦਾ ਨਾਮ ਟੈਕਸਟ ਵਿਦ ਜੀਸਸ ਹੈ। ਇਹ ਚੈਟ GPT ਦੀ ਵਰਤੋਂ ਕਰਨ ਵਾਲੀ ਇੱਕ ਐਪ ਹੈ ਜਿਸ ਰਾਹੀਂ ਉਪਭੋਗਤਾ ਪਰਮਾਤਮਾ ਨਾਲ ਗੱਲ ਕਰ ਸਕਦੇ ਨੇ। ਦਰਅਸਲ AI ਦੀ ਮਦਦ ਦੇ ਨਾਲ ਇਹ ਚੈਟ ਬੋਟ ਪਰਮਾਤਮਾ ਬਣ ਕੇ ਗੱਲ ਕਰੇਗਾ। ਜੇਕਰ ਤੁਹਾਨੂੰ ਕਦੇ ਬੁਰਾਈ ਨਾਲ ਜੁੜਨ ਦਾ ਮਨ ਕਰੇ ਤਾਂ ਐਪ ਵਿੱਚ ਵਿਕਲਪ ਹੈ ਜਿਸ ਰਾਹੀਂ ਤੁਸੀਂ ਸ਼ੈਤਾਨ ਨਾਲ ਚੈਟ ਵੀ ਕਰ ਸਕਦੇ ਹੋ। ਐਪ ਨੂੰ ਹਾਲ ਹੀ 'ਚ ਲਾਂਚ ਕੀਤਾ ਗਿਆ ਸੀ ਅਤੇ ਹੁਣ ਇਸ ਨੂੰ ਲੋਕਾਂ ਵੱਲੋਂ ਮਿਲੀਆਂ ਜੁਲੀਆਂ ਪ੍ਰਤੀਕਿਰਿਆਵਾਂ ਮਿਲ ਰਹੀਆਂ ਨੇ। ਕਈ ਲੋਕ ਇਸ ਨੂੰ ਮਜ਼ੇਦਾਰ ਦੱਸ ਰਹੇ ਨੇ ਜਦਕਿ ਜ਼ਿਆਦਾਤਰ ਲੋਕ ਇਸ ਐਪ ਤੇ ਨਾਰਾਜ਼ਗੀ ਜ਼ਾਹਿਰ ਕਰ ਰਹੇ ਨੇ। ਲੋਕਾਂ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਸੰਵੇਦਨਸ਼ੀਲ ਮਸਲਾ ਹੈ ਅਤੇ ਧਰਮ ਨੂੰ ਲੈ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ, ਇਸ ਲਈ ਇਹ ਐਪ ਦੀ ਭਾਵਨਾ ਨੂੰ ਠੇਸ ਪਹੁੰਚਾਉਣ ਵਾਲੀ ਐਪ ਹੈ। ਐਪ ਦੇ ਡਿਵੈਲਪਰ ਅਤੇ ਕੈਟਲੌਫ ਸੌਫਟਵੇਅਰ ਦੇ CEO ਸਟੀਫਨ ਪੀਟਰ ਦਾ ਕਹਿਣਾ ਹੈ ਕਿ ਇਹ ਐਪ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਅਤੇ ਸਮਝਣ ਦਾ ਇੱਕ ਵੱਖਰਾ ਤਰੀਕਾ ਹੈ, ਪਰ ਇਸ ਐਪ ਦੀ ਵਰਤੋਂ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਐਪ ਵਿੱਚ ਜਿਨ੍ਹਾਂ ਧਾਰਮਿਕ ਕਿਰਦਾਰਾਂ ਨੂੰ ਦਰਸਾਇਆ ਗਿਆ ਉਹ ਅਸਲ ਵਿੱਚ ਉਹੋ ਜਿਹੇ ਨਹੀਂ ਹਨ। ਫਿਰ ਇਸ ਐਪ ਦੀ ਵਰਤੋਂ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਐਪ ਵਿੱਚ ਜਿਨ੍ਹਾਂ ਧਾਰਮਿਕ ਕਿਰਦਾਰਾਂ ਨੂੰ ਦਰਸਾਇਆ ਗਿਆ ਉਹ ਉਵੇਂ ਦੇ ਨਹੀਂ ਨੇ। ਇਹ ਸੋਚਣ ਵਾਲੀ ਗੱਲ ਹੈ। ਸਟ੍ਰੋਮ ਡਰੇਨ ਵਿੱਚ ਰੁੜ੍ਹੇ ਇੱਕ ਵਿਅਕਤੀ ਦੀ ਐਮਰਜੈਂਸੀ ਅਮਲੇ ਵੱਲੋਂ ਭਾਲ ਕੀਤੀ ਜਾ ਰਹੀ ਹੈ। ਇਹ ਵੀ ਮੰਨਿਆ ਜਾ ਰਿਹਾ ਕਿ ਇਹ ਕੋਈ ਟੀਨੇਜਰ ਲੜਕਾ ਸੀ। ਸ਼ੁੱਕਰਵਾਰ ਨੂੰ ਰਾਤੀ 1:30 ਤੋਂ ਪਹਿਲਾਂ ਸੈਪਰਡ ਐਵਨਿਊ ਵੈਸਟ ਤੇ ਵਾਥਰਸ ਸਟਰੀਟ ਨੇੜੇ ਪਾਰਕ ਦੇ ਏਰੀਆ ਵਿੱਚ ਫਾਇਰ ਅਮਲੇ ਪੁਲਿਸ ਤੇ ਪੈਰਾਮੈਡਿਕਸ ਨੂੰ ਸੱਦਿਆ ਗਿਆ। ਟੋਰਾਂਟੋ ਫਾਇਰ ਪਲਾਟੂਨ ਚੀਫ ਜੌਨ ਨੇ ਆਖਿਆ ਕਿ ਦੋ ਵਿਅਕਤੀ ਜਿਨ੍ਹਾਂ ਦੀ ਉਮਰ 18 ਸਾਲ ਦੇ ਨੇੜੇ-ਤੇੜੇ ਹੋਏਗੀ ਸਟ੍ਰੀਮ ਦੇ ਨੇੜੇ ਸੈਰ ਕਰ ਰਹੇ ਸਨ ਜਦੋਂ ਅਚਾਨਕ ਪਾਣੀ ਦਾ ਪੱਧਰ ਵੱਧ ਗਿਆ ਤੇ ਉਹਨਾਂ ਨੂੰ ਵਹਾ ਕੇ ਨਾਲ ਲੈ ਗਿਆ। ਪੈਰਾਮੈਡਿਕਸ ਨੇ ਦੱਸਿਆ ਕਿ ਦੋ ਵਿਅਕਤੀ ਪਾਰਕ ਵਿੱਚ ਸਟੋਮ ਡਰੇਨ ਟਨਲਸ ਕੋਲ ਸਨ ਜਦੋਂ ਇਹ ਸਭ ਵਾਪਰਿਆ। 18 ਸਾਲਾ ਲੜਕਾ ਤਾਂ ਆਪਣੇ ਆਪ ਇਸ ਸਥਿਤੀ ਤੋਂ ਬਾਹਰ ਆਉਣ ਵਿੱਚ ਕਾਮਯਾਬ ਹੋ ਗਿਆ ਤੇ ਉਸਨੇ ਬਾਹਰ ਆ ਕੇ ਮਦਦ ਮੰਗੀ। ਉਸ ਨੂੰ ਮਾਮੂਲੀ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਫਾਇਰ ਫਾਈਟਰਸ, ਟੋਰਾਂਟੋ ਪੁਲਿਸ, ਐਮਰਜੈਂਸੀ ਟਾਸਕ ਫੋਰਸ ਦੇ ਅਧਿਕਾਰੀਆਂ ਤੇ ਪੁਲਿਸ ਕੁੱਤਿਆਂ ਵੱਲੋਂ ਪਾਰਕ ਦੇ ਉੱਤਰ ਪੂਰਬੀ ਹਿੱਸਿਆਂ ਉੱਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਬਰੈਂਪਟਨ ਦੇ ਟਰੱਕ ਡਰਾਈਵਰ ਹਰਵਿੰਦਰ ਸਿੰਘ ਨੂੰ $35 ਲੱਖ ਮੁੱਲ ਦੀ 62 ਕਿਲੋ ਕੋਕੀਨ ਅਮਰੀਕਾ ਤੋਂ ਕੈਨੇਡਾ ਲਿਆਉਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਵੀਰਵਾਰ ਨੂੰ ਸਾਰਨੀਆ ਦੀ ਅਦਾਲਤ ਵਿੱਚ ਹਰਵਿੰਦਰ ਸਿੰਘ ਵਿਰੁੱਧ ਮੁਕੱਦਮੇ ਦੀ ਸੁਣਵਾਈ ਮੁਕੰਮਲ ਹੋ ਗਈ ਅਤੇ ਸਜ਼ਾ ਦਾ ਐਲਾਨ ਨਵੰਬਰ ਵਿੱਚ ਹੋਏਗਾ। 27 ਸਾਲ ਦੇ ਹਰਵਿੰਦਰ ਸਿੰਘ ਨੂੰ 12 ਸਾਲ ਤੱਕ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਹਰਵਿੰਦਰ ਸਿੰਘ ਨੂੰ 31 ਮਾਰਚ 2021 ਨੂੰ ਬਲੂ ਵਾਟਰ ਬ੍ਰਿਜ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜੋ ਅਮਰੀਕਾ ਦੇ ਮਿਸ਼ੀਗਨ ਸੂਬੇ ਅਤੇ ontario ਦੇ ਸਾਰਨੀਆ ਸ਼ਹਿਰ ਨੂੰ ਆਪਸ ਵਿੱਚ ਜੋੜਦਾ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਆਫਰ ਨੂੰ ਹਰਵਿੰਦਰ ਸਿੰਘ ਦੇ ਟਰੱਕ ਦੀ ਤਲਾਸ਼ੀ ਦੌਰਾਨ 2 ਸੂਟਕੇਸ ਮਿਲੇ ਜਿਨ੍ਹਾਂ ਚੋਂ 62 ਕਿਲੋ ਕੋਕੀਨ ਨਿਕਲੀ। ਕੈਨੇਡਾ ਦੇ ਸਰੀ ਸ਼ਹਿਰ ਵਿੱਚ ਬੀਤੇ ਦਿਨੀ ਸ਼ੁਰੇਬਾਜ਼ੀ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ 2 ਪੰਜਾਬੀ ਕਸੂਤੇ ਫਸ ਗਏ ਕਿਉਂਕਿ ਜਿਹੜਾ ਵਿਅਕਤੀ ਇਸ ਘਟਨਾ ਵਿੱਚ ਜ਼ਖਮੀ ਹੋਇਆ ਸੀ ਉਸ ਦੀ ਹੁਣ ਮੌਤ ਹੋ ਗਈ ਹੈ। ਇਸ ਦੇ ਚਲਦਿਆਂ ਪਰਮਿੰਦਰ ਸਿੰਘ ਬਰਾੜ ਅਤੇ
ਸਿਮਰਪਾਲ ਸਿੰਘ ਤੇ ਪੁਲਿਸ ਨੇ ਕਤਲ ਦੇ ਦੋਸ਼ ਆਇਦ ਕਰ ਦਿੱਤੇ ਨੇ। ਸਰੀ RCMP ਯਾਨੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਦੱਸਿਆ ਕਿ 18 ਅਗਸਤ ਨੂੰ ਰਾਤ 11:30 ਵਜੇ ਮਸ਼ੇਟੀ ਨਾਲ ਲੈਸ ਇੱਕ ਸ਼ਖਸ ਵੱਲੋਂ ਇੱਕ ਪਾਰਕਿੰਗ ਲਾਟ ਦੁਆਰਾ ਜਿਹੜੇ ਦੁਆਲੇ ਹੈ ਉਸਦੇ ਗੇੜੇ ਲਾਉਣ ਦੀ ਸੂਚਨਾ ਮਿਲੀ। ਇਸ ਤੇ ਪੁਲਿਸ ਅਫਸਰ ਕਿੰਗ ਜਾਰਜ ਬੁਲੇਵਾਰਡ ਨੇ 10100 ਬਲਾਕ ਵਿੱਚ ਪੁੱਜਣ ਹੀ ਵਾਲੇ ਸਨ ਕਿ ਤੇਜ਼ਧਾਰ ਹਥਿਆਰਾਂ ਨਾਲ ਲੈਸ ਸ਼ਖਸ ਵੱਲੋਂ ਇੱਕ ਗੱਡੀ ਤੇ ਹਮਲਾ ਕਰਨ ਦੀ ਰਿਪੋਰਟ ਮਿਲੀ ਅਤੇ ਇਹ ਵੀ ਪਤਾ ਲੱਗਾ ਕਿ ਗੱਡੀ ਵਿੱਚ ਸਵਾਰ 2 ਜਾਣਿਆਂ ਨਾਲ ਉਸਦੀ ਲੜਾਈ ਸ਼ੁਰੂ ਹੋ ਚੁੱਕੀ ਹੈ। ਜਦੋਂ ਪੁਲਿਸ ਅਫਸਰ ਮੌਕੇ ਤੇ ਪੁੱਜੇ ਤਾਂ ਤੇਜ਼ਧਾਰ ਹਥਿਆਰਾਂ ਨਾਲ ਘੁੰਮਦਾ ਦੱਸਿਆ ਗਿਆ ਵਿਅਕਤੀ ਗੰਭੀਰ ਜ਼ਖਮੀ ਹਾਲਤ 'ਚ ਮਿਲਿਆ, ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ। ਰਾਤ ਸਮੇਂ ਕ੍ਰਿਸਟੀ ਪਿਟਸ ਪਾਰਕ ਨੇੜੇ ਛੁਰੇਬਾਜ਼ੀ ਦੀ ਘਟਨਾ ਵਿੱਚ 2 ਵਿਅਕਤੀ ਜ਼ਖਮੀ ਹੋ ਗਏ। ਜਾਣ ਤੋਂ ਬਾਅਦ ਟੋਰਾਂਟੋ ਪੁਲਿਸ ਮਸ਼ਕੂਕ ਦੀ ਭਾਲ ਕਰ ਰਹੀ ਹੈ। ਪੁਲਿਸ ਵੀਰਵਾਰ ਅੱਧੀ ਰਾਤ ਨੂੰ ਇਲਾਕੇ 'ਚ ਪਹੁੰਚੀ ਤੇ ਉੱਥੇ ਉਹਨਾਂ ਨੂੰ ਇੱਕ ਪੁਰਸ਼ ਤੇ ਇੱਕ ਮਹਿਲਾ ਜ਼ਖਮੀ ਹਾਲਤ 'ਚ ਮਿਲੇ। ਦੋਵੇਂ ਆਪਣੇ ਵੀਵਿਆਂ ਵਿੱਚ ਸੀ। ਉਹਨਾਂ ਉੱਤੇ ਕਿਸੇ ਨੇ ਚਾਕੂ ਨਾਲ ਵਾਰ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਸੀ। ਪੈਰਾਮੈਡਿਕਸ ਨੇ ਸ਼ੁਰੂਆਤ ਵਿੱਚ ਆਖਿਆ ਕਿ ਪੁਰਸ਼ ਨੂੰ ਜਾਨਲੇਵਾ ਜ਼ਖਮ ਹੋਏ ਸੀ, ਜਦਕਿ ਮਹਿਲਾ ਦੇ ਜ਼ਖਮ ਉਨੇ ਡੂੰਘੇ ਨਹੀਂ ਸੀ। ਪਰ ਬਾਅਦ ਵਿੱਚ ਪੁਲਿਸ ਵੱਲੋਂ ਕੀਤੇ ਗਏ ਅਪਡੇਟ ਦੇ ਵਿੱਚ ਆਖਿਆ ਗਿਆ ਕਿ ਪੁਰਸ਼ ਦੇ ਜ਼ਖਮ ਵੀ ਜਾਨਲੇਵਾ ਨਹੀਂ ਸੀ। ਪੁਲਿਸ ਨੇ ਮਸ਼ਕੂਕ ਦੀ ਪਛਾਣ ਬਲੈਕ ਵਿਅਕਤੀ ਵਜੋਂ ਕੀਤੀ ਹੈ ਤੇ ਉਹਨਾਂ ਨੇ ਆਖਿਆ ਕਿ ਉਹ ਆਪਣੇ ਵੀਵਿਆਂ ਵਿੱਚ ਸੀ ਤੇ ਉਸ ਦਾ ਕੱਦ 5 ਫੁੱਟ 5 ਇੰਚ ਦੱਸਿਆ ਜਾਂਦਾ ਹੈ। ਉਸਨੇ ਸ਼ੇਵ ਨਹੀਂ ਸੀ ਕੀਤੀ ਹੋਈ ਤੇ ਉਸਨੇ ਪਿੰਕ ਰੰਗ ਦਾ ਸਵੈਟਰ ਪਾਇਆ ਹੋਇਆ ਸੀ। ਚੀਨ ਦੇ ਹੁਬਈ ਸੂਬੇ ਦੀ ਰਾਜਧਾਨੀ ਵੁਹਾਨ ਅਤੇ ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿਚਾਲੇ ਸਿੱਧੀਆਂ ਉਡਾਣਾਂ ਸ਼ੁੱਕਰਵਾਰ ਨੂੰ ਬਹਾਲ ਕਰ ਦਿੱਤੀਆਂ ਗਈਆਂ। ਸਵੇਰੇ 270 ਯਾਤਰੀਆਂ ਨੂੰ ਲੈ ਕੇ ਇੱਕ 에ਅਰਬਸ A350 ਲੰਡਨ ਦੇ ਹੀਥਰੋ ਹਵਾਈ ਅੱਡੇ ਲਈ ਰਵਾਨਾ ਹੋਈ, ਜੋ ਕਰੋਨਾ ਵਾਇਰਸ ਮਹਾਮਾਰੀ ਤੋਂ ਬਾਅਦ ਵੁਹਾਨ ਤੋਂ ਯੂਰਪ ਲਈ ਸਿੱਧੀ ਉਡਾਣ ਦੇ ਰੂਟ ਨੂੰ ਮੁੜ ਸ਼ੁਰੂ ਕਰਨ ਦੀ ਨਿਸ਼ਾਨਦੇਹੀ ਕਰਦਾ ਹੈ। ਚਾਈਨਾ ਦੱਖਣੀ 에ਅਰਲਾਈਨਸ ਦੇ ਦੁਆਰਾ ਸੰਚਾਲਿਤ ਇਹ ਹਵਾਈ ਸੇਵਾ ਹਫ਼ਤੇ ਵਿੱਚ ਇੱਕ ਵਾਰ ਸ਼ੁੱਕਰਵਾਰ ਨੂੰ ਚੱਲੇਗੀ। ਆਊਟਬਾਉਂਡ ਫਲਾਈਟ ਵੁਹਾਨ ਤਿਹਾਨੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਥਾਨਕ ਸਮੇਂ ਅਨੁਸਾਰ ਸਵੇਰੇ 2:15 ਤੇ ਰਵਾਨਾ ਹੋਈ, ਜੋ ਲੰਡਨ ਵਿੱਚ ਸਵੇਰੇ 7:10 ਤੇ ਪਹੁੰਚੀ। ਇਸੇ ਤਰ੍ਹਾਂ ਵਾਪਸੀ ਦੀ ਉਡਾਣ ਲੰਡਨ ਤੋਂ ਸਵੇਰੇ 11:05 ਤੇ ਰਵਾਨਾ ਹੋਏਗੀ ਤੇ ਅਗਲੇ ਦਿਨ ਸਵੇਰੇ 5 ਵਜੇ ਵੁਹਾਨ ਪੁੱਜੇਗੀ। ਵੁਹਾਨ ਤਿਹਾਨੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੁਣ ਤੱਕ ਦੁਬਈ, ਸਿਡਨੀ, ਟੋਕੀਓ, ਸਿੰਗਾਪੁਰ ਅਤੇ ਬੈਂਕਾਕ ਸਮੇਤ ਇੰਟਰਨੈਸ਼ਨਲ ਮਹਾਨਾਗਰਾਂ ਯਾਨੀ ਕਿ ਅੰਤਰਰਾਸ਼ਟਰੀ ਮਹਾਨਾਗਰਾਂ ਲਈ 9 ਹਵਾਈ ਮਾਰਗ ਰਸਤੇ ਬਹਾਲ ਕੀਤੇ ਗਏ ਹਨ। ਮੈਂ ਵਿਦੇਸ਼ ਭੇਜ ਕੇ ਆਪਣੇ ਪੋਤੇ ਨੂੰ ਬਹੁਤ ਪਛਤਾ ਰਹੀ ਹਾਂ। ਜੇਕਰ ਨਾ ਭੇਜਦੀ ਤਾਂ ਜੋ ਮੇਰੇ ਕੋਲ ਹੁੰਦਾ। ਇਹ ਸ਼ਬਦ ਨੇ ਬਜ਼ੁਰਗ ਸੁਲੋਚਨਾ ਦੇਵੀ ਦੇ, ਜਿਸ ਦੇ 22 ਸਾਲਾ ਨੌਜਵਾਨ ਪੋਤੇ ਟੌਨੀ ਦੀ ਲਿਬੀਆ 'ਚ ਮੌਤ ਹੋ ਗਈ। ਅੱਖਾਂ ਤੋਂ ਹੰਝੂ ਪੂੰਝਦਿਆਂ ਸੁਲੋਚਨਾ ਦੇਵੀ ਆਖਦੇ ਨੇ ਕਿ ਹੁਣ ਤਾਂ ਫੋਟੋਆਂ ਹੀ ਰਹਿ ਗਈਆਂ। ਵਿਦੇਸ਼ ਦੀ ਚਮਕ ਨੇ ਉਸ ਦਾ ਨੌਜਵਾਨ ਪੋਤਾ ਉਸ ਤੋਂ ਸਦਾ ਲਈ ਖੋਹ ਲਿਆ। ਸੁਲੋਚਨਾ ਦੇਵੀ ਸਰਕਾਰ ਨੂੰ ਉਹਨਾਂ ਦੇ ਪੋਤੇ ਦੀ ਲਾਸ਼ ਹੀ ਮੰਗਵਾ ਕੇ ਦੇਣ ਦੀ ਅਪੀਲ ਕਰਦੇ ਨੇ ਤਾਂ ਜੋ ਉਸਦੇ ਅੰਤਿਮ ਰਸਮਾਂ ਨਿਭਾਈਆਂ ਜਾ ਸਕਣ। ਸੁਲੋਚਨਾ ਦੇਵੀ ਦਾ ਸੰਬੰਧ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਭੁਖੜੀ ਨਾਲ ਹੈ। ਟੋਨੀ ਲੰਘੇ ਫਰਵਰੀ ਮਹੀਨੇ 'ਚ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਪਰਿਵਾਰ ਤੋਂ ਦੂਰ ਵਿਦੇਸ਼ ਗਿਆ। ਉਹ ਪੰਜਾਬ ਅਤੇ ਹਰਿਆਣਾ ਦੇ ਨੌਜਵਾਨਾਂ ਦੇ ਉਸ ਗਰੁੱਪ ਦਾ ਹਿੱਸਾ ਸੀ ਜਿਨ੍ਹਾਂ ਨੂੰ ਇਟਲੀ ਵਿੱਚ ਨੌਕਰੀ ਦਾ ਵਾਅਦਾ ਕਰਕੇ ਦੁਬਈ ਵਿੱਚ ਏਜੰਟਾਂ ਰਾਹੀਂ ਲੀਬੀਆ ਦੇ ਮਨੁੱਖੀ ਤਸਕਰਾਂ ਕੋਲ ਵੇਚ ਦਿੱਤਾ ਗਿਆ। ਇਹਨਾਂ ਵਿੱਚੋਂ 17 ਨੌਜਵਾਨ ਤਾਂ ਤਸਕਰਾਂ ਤੋਂ ਬਚ ਕੇ ਦੇਸ਼ ਪਰਤਣ 'ਚ ਕਾਮਯਾਬ ਹੋ ਗਏ, ਪਰ ਟੋਨੀ ਇਸ ਵਿੱਚ ਸਫਲ ਨਹੀਂ ਹੋ ਸਕਿਆ। ਪਰਿਵਾਰ ਨੂੰ ਟੋਨੀ ਦੀ ਮੌਤ ਦੀ ਖਬਰ ਮਈ ਮਹੀਨੇ ਮਿਲੀ ਅਤੇ ਇਸ ਤੋਂ ਬਾਅਦ ਪਰਿਵਾਰ ਲਗਾਤਾਰ ਉਸ ਦੀ ਲਾਸ਼ ਦਾ ਇੰਤਜ਼ਾਰ ਕਰ ਰਿਹਾ ਹੈ। ਪਰਿਵਾਰ ਲਗਾਤਾਰ ਟੋਨੀ ਦੀ ਲਾਸ਼ ਭਾਰਤ ਲਿਆਉਣ ਦੇ ਲਈ ਸਰਕਾਰ ਅੱਗੇ ਤਰਲੇ ਕੱਢ ਰਿਹਾ ਹੈ। ਸੁਲੋਚਨਾ ਦੇਵੀ ਦੱਸਦੇ ਨੇ ਕਿ 4 ਬੇਟੀਆਂ ਨੇ ਅਤੇ 2 ਪੁੱਤਰ। ਬੇਟੀਆਂ ਵਿਆਹ ਤੋਂ ਬਾਅਦ ਆਪਣੇ ਘਰ ਚਲੀਆਂ ਗਈਆਂ ਅਤੇ ਪੁੱਤਰਾਂ ਨੇ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਬੋਝ ਚੁੱਕਿਆ। ਉਹਨਾਂ ਦੇ ਮੁਤਾਬਕ ਵੱਡੇ ਬੇਟੇ ਰਵਿੰਦਰ ਕੁਮਾਰ ਦਾ ਪੁੱਤਰ ਟੋਨੀ 12ਵੀਂ ਪਾਸ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪਹਿਲਾਂ ਟੋਨੀ ਨੇ ਫੌਜ ਵਿੱਚ ਨੌਕਰੀ ਲਈ ਕੋਸ਼ਿਸ਼ ਕੀਤੀ, ਪਰ ਕਾਮਯਾਬੀ ਨਹੀਂ ਮਿਲੀ। ਇਸ ਤੋਂ ਬਾਅਦ ਉਸਨੇ ਵਿਦੇਸ਼ ਜਾਣ ਦੀ ਜ਼ਿੱਦ ਸ਼ੁਰੂ ਕੀਤੀ। ਪਾਕਿਸਤਾਨ ਦੇ ਉੱਚ ਚੋਣ ਅਧਿਕਾਰੀ ਨੇ ਵੀਰਵਾਰ ਨੂੰ ਆਮ ਚੋਣਾਂ ਦੀ ਤਾਰੀਖ ਤੈਅ ਕਰਨ ਦੇ ਲਈ ਇੱਕ ਮੀਟਿੰਗ ਦੇ ਲਈ ਰਾਸ਼ਟਰਪਤੀ ਆਰਿਫ ਅਲਵੀ ਵੱਲੋਂ ਦਿੱਤੇ ਸੱਦੇ ਨੂੰ ਠੁਕਰਾ ਦਿੱਤਾ। ਰਿਟਰਨਿੰਗ ਅਫਸਰ ਨੇ ਕਿਹਾ ਕਿ ਸੋਧੇ ਹੋਏ ਕਾਨੂੰਨ ਤਹਿਤ ਚੋਣਾਂ ਦੀ ਤਾਰੀਖ ਤੈਅ ਕਰਨ ਵਿੱਚ ਰਾਜ ਦੇ ਮੁਖੀ ਦੀ ਕੋਈ ਭੂਮਿਕਾ ਨਹੀਂ ਹੈ ਅਤੇ ਇਸ ਬਾਰੇ ਚਰਚਾ ਕਰਨ ਦਾ ਕੋਈ ਮਤਲਬ ਨਹੀਂ ਹੈ। ਰਾਸ਼ਟਰਪਤੀ ਨੇ ਬੁੱਧਵਾਰ ਨੂੰ ਮੁੱਖ ਚੋਣ ਕਮਿਸ਼ਨਰ ਸਿਕੰਦਰ ਸੁਲਤਾਨ ਰਜ਼ਾ ਨੂੰ ਪੱਤਰ ਲਿਖ ਕੇ ਆਮ ਚੋਣਾਂ ਲਈ ਉਚਿਤ ਤਾਰੀਖ ਤੈਅ ਕਰਨ ਲਈ ਅੱਜ ਜਾਂ ਭਲਕੇ ਮੁਲਾਕਾਤ ਕਰਨ ਦਾ ਸੱਦਾ ਦਿੱਤਾ। ਅਲਵੀ ਨੇ ਰਾਸ਼ਟਰਪਤੀ ਲਈ ਰਾਸ਼ਟਰੀ ਅਸੈਂਬਲੀ ਭੰਗ ਹੋਣ ਦੇ 90 ਦਿਨਾਂ ਦੇ ਅੰਦਰ ਆਮ ਚੋਣਾਂ ਦੀ ਤਾਰੀਖ ਤੈਅ ਕਰਨ ਦੀ ਸੰਵਿਧਾਨਕ ਲੋੜ ਦਾ ਹਵਾਲਾ ਦਿੱਤਾ। ਨੈਸ਼ਨਲ ਅਸੈਂਬਲੀ ਨੂੰ 9 ਅਗਸਤ ਨੂੰ ਭੰਗ ਕਰ ਦਿੱਤਾ ਗਿਆ ਸੀ, ਜਿਸ ਨਾਲ
ਪਾਕਿਸਤਾਨ ਦੇ ਚੋਣ ਕਮਿਸ਼ਨ ਦੇ ਲਈ ਉਸ ਤਾਰੀਖ ਦੇ 90 ਦਿਨਾਂ ਦੇ ਅੰਦਰ ਚੋਣਾਂ ਕਰਵਾਉਣਾ ਲਾਜ਼ਮੀ ਹੋ ਗਿਆ। ਰਜ਼ਾ ਨੇ ਪਾਕਿਸਤਾਨ ਦੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਰਾਸ਼ਟਰਪਤੀ ਨੂੰ ਪੱਤਰ ਲਿਖ ਕੇ ਯਾਦ ਦਿਵਾਇਆ ਕਿ ਬਦਲੇ ਹੋਏ ਕਾਨੂੰਨ ਦੇ ਤਹਿਤ ਚੋਣ ਦੀ ਤਾਰੀਖ ਤੈਅ ਕਰਨ 'ਚ ਅਲਵੀ ਦੀ ਕੋਈ ਭੂਮਿਕਾ ਨਹੀਂ ਹੈ ਅਤੇ ਮੀਟਿੰਗ ਕਰਨ ਦਾ ਕੋਈ ਮਤਲਬ ਨਹੀਂ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਜਹਾਜ਼ ਹਾਦਸੇ ਪਿੱਛੇ ਰੂਸ ਦਾ ਹੱਥ ਹੋਣ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ। ਇਸ ਹਾਦਸੇ ਵਿੱਚ ਨਿੱਜੀ ਫੌਜੀ ਵੈਗਨਰ ਗਰੁੱਪ ਦੇ ਮੁਖੀ ਜ਼ੇਵਜਨੀ ਪ੍ਰਿਗੋਜ਼ਿਨ ਦੀ ਮੌਤ ਹੋ ਗਈ ਸੀ। ਇਸ ਹਾਦਸੇ ਵਿੱਚ 10 ਲੋਕ ਮਾਰੇ ਗਏ ਸੀ। ਪ੍ਰਿਗੋਜ਼ਿਨ ਦੇ ਲੜਾਕਿਆਂ ਦੀ ਯੂਕਰੇਨ, ਅਫਰੀਕਾ ਤੇ ਸੀਰੀਆ ਵਿੱਚ ਦਹਿਸ਼ਤ ਸੀ। ਉਸਨੇ ਇਸ ਸਾਲ ਦੇ ਸ਼ੁਰੂ ਵਿੱਚ ਰੂਸੀ ਫੌਜ ਖਿਲਾਫ ਬਗਾਵਤ ਦੀ ਅਗਵਾਈ ਕੀਤੀ ਸੀ। ਪੁਤਿਨ ਵੱਲੋਂ ਪ੍ਰਿਗੋਜ਼ਿਨ ਦੀ ਪ੍ਰਸ਼ੰਸਾ ਕੀਤੇ ਜਾਣ ਦੇ ਬਾਵਜੂਦ ਸ਼ੱਕ ਵੱਧ ਗਿਆ ਕਿ ਬੁੱਧਵਾਰ ਨੂੰ ਹੋਏ ਇਸ ਹਾਦਸੇ ਪਿੱਛੇ ਰੂਸੀ ਆਗੂ ਦਾ ਹੱਥ ਸੀ। ਕਈ ਲੋਕ ਇਸ ਨੂੰ ਹੱਤਿਆ ਵਜੋਂ ਦੇਖ ਰਹੇ ਨੇ। ਅਮਰੀਕਾ ਦੀ ਮੁੱਢਲੀ ਖੁਫੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ ਜਹਾਜ਼ ਵਿੱਚ ਜਾਣ-ਬੁੱਝ ਕੇ ਧਮਾਕਾ ਕੀਤਾ ਗਿਆ। ਇੱਥੇ ਕਾਨਫਰੰਸ ਹਾਲ ਵਿੱਚ ਪੈਸਕੋਵ ਨੇ ਪੱਤਰਕਾਰਾਂ ਨੂੰ ਕਿਹਾ ਕਿ ਬੇਸ਼ੱਕ ਪੱਛਮੀ ਮੁਲਕ ਇੱਕ ਖਾਸ ਮਕਸਦ ਤਹਿਤ ਅਜਿਹੀਆਂ ਕਿਆਸਰਾਈਆਂ ਲਗਾ ਰਹੇ ਨੇ, ਪਰ ਇਹ ਪੂਰੀ ਤਰ੍ਹਾਂ ਝੂਠ ਹੈ। ਮਹਿਲਾ ਪਾਇਲਟ ਦੀ ਸਮਝਦਾਰੀ ਨੇ 300 ਯਾਤਰੀਆਂ ਦੀ ਜਾਨ ਬਚਾਈ ਹੈ। ਜੀ ਹਾਂ, 23 ਅਗਸਤ 2023 ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇੱਕ ਵੱਡਾ ਹਾਦਸਾ ਟਲ ਗਿਆ ਜਦੋਂ ਵਿਸਤਾਰਾ ਦੀਆਂ 2 ਉਡਾਣਾਂ 2 ਕਿਲੋਮੀਟਰ ਦੇ ਅੰਦਰ ਇੱਕ ਦੂਜੇ ਦੇ ਨੇੜੇ ਆ ਗਈਆਂ। ਉਹ ਵੀ ਉਸੇ ਰਨਵੇ ਤੇ। ਦੋਵੇਂ ਜਹਾਜ਼ ਇਕੱਠੇ 300 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾ ਰਹੇ ਸੀ ਅਤੇ ਜੇਕਰ ਵਿਸਤਾਰਾ ਦੀ ਇੱਕ ਉਡਾਣ ਦੇ ਪਾਇਲਟ ਦੀ ਚੌਕਸੀ ਨਾ ਹੁੰਦੀ ਤਾਂ ਇਹ ਵਿਨਾਸ਼ਕਾਰੀ ਹੋ ਸਕਦਾ ਸੀ। ANI ਦੀ ਇੱਕ ਰਿਪੋਰਟ ਦੇ ਅਨੁਸਾਰ ਸਿਵਲ ਐਵੀਏਸ਼ਨ ਦੇ ਡਾਇਰੈਕਟੋਰੇਟ ਜਨਰਲ ਨੇ ਇੱਕ 에ਅਰ ਟ੍ਰੈਫਿਕ ਕੰਟਰੋਲ ਨੂੰ ਅਣਜਾਣੇ ਵਿੱਚ ਇੱਕ ਸਮੇਂ ਇੱਕੋ ਰਨਵੇ ਤੇ 2 ਵੱਖ-ਵੱਖ ਜਹਾਜ਼ਾਂ ਨੂੰ ਪਾਰ ਕਰਨ ਤੇ ਉਡਾਣ ਭਰਨ ਦੀ ਮਨਜ਼ੂਰੀ ਦੇਣ ਦੇ ਲਈ ਡੀ-ਰੋਸਟਰ ਕੀਤਾ ਹੈ। ਮੀਡੀਆ ਅਤੇ ਵਾਇਰ ਰਿਪੋਰਟਾਂ ਦੇ ਅਨੁਸਾਰ ਦਿੱਲੀ ਹਵਾਈ ਅੱਡੇ ਤੇ ATC ਨੇ ਵਿਸਤਾਰਾ ਦੇ ਇੱਕ ਜਹਾਜ਼ ਨੂੰ ਟੇਕ ਆਫ ਦੇ ਲਈ ਮਨਜ਼ੂਰੀ ਦਿੱਤੀ, ਜਦੋਂ ਕਿ ਇੱਕ ਹੋਰ ਜਹਾਜ਼ ਲੈਂਡਿੰਗ ਦੀ ਪ੍ਰਕਿਰਿਆ ਵਿੱਚ ਸੀ। ਇਸ ਨਾਲ ਦੋਵੇਂ ਉਡਾਣਾਂ ਨੂੰ ਸੰਭਾਵੀ ਟੱਕਰ ਦੇ ਰਸਤੇ ਤੇ ਰੱਖਿਆ ਗਿਆ। ਘਟਨਾ ਵਿੱਚ ਬੁੱਧਵਾਰ ਸਵੇਰੇ ਦਿੱਲੀ ਤੋਂ ਬਾਗਡੋਗਰਾ ਜਾ ਰਹੀ ਵਿਸਤਾਰਾ ਫਲਾਈਟ UK 725 ਸ਼ਾਮਲ ਹੈ, ਜੋ ਦਿੱਲੀ ਹਵਾਈ ਅੱਡੇ ਦੇ ਹੌਲੀ ਵਿੱਚ ਉਦਘਾਟਨ ਕੀਤੇ ਗਏ ਚੌਥੇ ਰਨਵੇ ਤੋਂ ਟੇਕ ਆਫ ਕਰ ਰਹੀ ਸੀ। ਦੂਜੇ ਪਾਸੇ ਅਹਿਮਦਾਬਾਦ ਤੋਂ ਦਿੱਲੀ ਜਾਣ ਵਾਲੀ ਵਿਸਤਾਰਾ ਜਹਾਜ਼ VT19266 ਇੱਕ ਸਮਾਂਤਰ ਰਨਵੇ 29L ਤੇ ਆਪਣੀ ਲੈਂਡਿੰਗ ਸਮਾਪਤ ਕਰ ਰਿਹਾ ਸੀ ਅਤੇ 에ਅਰ ਟ੍ਰੈਫਿਕ ਕੰਟਰੋਲਰ ਦੁਆਰਾ ਰਨਵੇ 29R ਨੂੰ ਪਾਰ ਕਰਨ ਦਾ ਨਿਰਦੇਸ਼ ਦਿੱਤਾ ਗਿਆ। ਰਨਵੇ ਦੇ ਅੰਤ ਵੱਲ ਵਧ ਰਿਹਾ ਸੀ। ਪਲ-ਪਲ ਟਾਵਰ ਕੰਟਰੋਲ ਇਸ ਕ੍ਰਾਸਿੰਗ ਨੂੰ ਭੁੱਲ ਗਿਆ ਤੇ ਰਨਵੇ 29R ਤੋਂ ਵਿਸਤਾਰਾ ਦੀ ਇੱਕ ਹੋਰ ਫਲਾਈਟ VTI 725 ਨੂੰ ਟੇਕ ਆਫ ਕਲੀਅਰੈਂਸ ਜਾਰੀ ਕਰ ਦਿੱਤੀ ਗਈ। ਅਧਿਕਾਰੀਆਂ ਨੇ ਕਿਹਾ ਕਿ VTI 926 ਤੋਂ ਇਨਪੁਟ ਦੇ ਆਧਾਰ ਤੇ ਗਲਤੀ ਦਾ ਅਹਿਸਾਸ ਹੋਣ ਤੇ ਟਾਵਰ ਕੰਟਰੋਲਰ ਨੂੰ VTI 725 ਨੂੰ ਟੇਕ ਆਫ ਨੂੰ ਰੱਦ ਕਰਨ ਲਈ ਕਿਹਾ। ਅਧਿਕਾਰੀਆਂ ਨੇ ਕਿਹਾ 에ਅਰ ਟ੍ਰੈਫਿਕ ਕੰਟਰੋਲ ਦੇ ਨਿਰਦੇਸ਼ਾਂ ਤੋਂ ਬਾਅਦ ਟੇਕ ਆਫ ਨੂੰ ਤੁਰੰਤ ਰੱਦ ਕਰ ਦਿੱਤਾ ਗਿਆ। ਇੱਕ ਅਧਿਕਾਰੀ ਨੇ ਕਿਹਾ ਕਿ ਟਾਵਰ ਕੰਟਰੋਲਰ ਨੇ ਤੁਰੰਤ ਦਿੱਲੀ ਬਗਡੋਗਰਾ ਫਲਾਈਟ ਨੂੰ ਇਸ ਦੇ ਟੇਕ ਆਫ ਨੂੰ ਰੱਦ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਤੋਂ ਬਾਅਦ ਤੁਰੰਤ ਸੁਧਾਰਨਾਤਮਕ ਕਾਰਵਾਈ ਕੀਤੀ ਗਈ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਫਿਲਹਾਲ ਵਰੁਣ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ।